19 ਵਾਰੀ ਜਿੱਤਿਆ, ਜਿੱਤਣਾ ਵੀਹਵੀਂ ਵਾਰੀ ਨੀ। ਆ ਪੰਜਾਬ ਹਰਿਆਣਾ ਕਰਕੇ ਆ ਗਿਆ ਫੁੱਲ ਤਿਆਰੀ ਨੀ। ਤੈਨੂੰ 19 ਵਾਰੀ ਜਿੱਤਿਆ, ਜਿੱਤਣਾ ਵੀਹਵੀਂ ਵਾਰੀ ਨੀ। ਪੰਜਾਬ ਹਰਿਆਣਾ ਕਰਕੇ ਆ ਗਿਆ ਫੁੱਲ ਤਿਆਰੀ ਨੀ। ਜਿਹੜੇ ਰਾਤ ਨੂੰ ਤਾਰੇ ਦੇਖੇ, ਜਿਹੜੇ ਰਾਤ ਨੂੰ ਤਾਰੇ ਵੇਖੇ, ਦਿਨੇ ਦਿਖਾ ਦਾਂਗੇ ਦਿੱਲੀਏ। ਜੇ ਹੱਲ ਨਾ ਹੋਏ ਮਸਲੇ ਪੂਛ ਚੁਕਾ ਦਾਂਗੇ ਦਿੱਲੀਏ। ਜੇ ਹੱਲ ਨਾ ਹੋਏ ਮਸਲੇ ਪੂਛ ਚੁਕਾ ਦਾਂਗੇ ਦਿੱਲੀਏ। ਹੁਣ ਪਿੱਛੇ ਵੀ ਤੁਰਿਆ ਹੁੰਦਾ। ਅਸੀਂ ਸਰਕਾਰ ਬਹੁਤ ਗੰਦੀ ਸਰਕਾਰ ਆ, ਸੈਂਟਰ ਦੀ ਸਰਕਾਰ ਆ, ਜੋ ਸਾਡੇ ਪੰਜਾਬ ਤਾਂ ਪਹਿਲਾਂ ਹੀ ਬਹੁਤ ਪਿੱਛੇ ਚੱਲ ਰਿਹਾ। ਹੁਣ ਇੱਕ ਦਿੱਲੀ ਸਰਕਾਰ ਰਲ ਗਈ ਆ, ਸਾਨੂੰ ਬਹੁਤ ਪਿੱਛੇ ਜਾ ਰਹੀ ਆ, ਕਿਉਂਕਿ ਸਾਡੇ ਕਾਲਜ ਸਕੂਲ ਯੂਨੀਵਰਸਿਟੀਆਂ ਜਮਾਂ ਬੰਦ ਕਰਤੀਆਂ ਵੀ ਜਾਂ ਨੌਜਵਾਨ ਪੜ੍ਹ ਨਾ ਸਕੇ। ਹੁਣ ਇਦੋਂ ਉੱਤੇ ਆਣੇ ਕਿਸਾਨਾਂ ਨੂੰ ਦਿੱਲੀ ਵਿੱਚ ਰੋਲਤਾ। ਮੁੜ ਕੇ ਕਹਿਣਾ ਜੀ ਯੂਥ ਵਿਹਲਾ ਤੁਰਿਆ ਫਿਰਦਾ, ਇਹ ਐਂ ਕਰਦਾ। ਫਿਰ ਯੂਥ ਜਾਵੇ ਕਿੱਧਰ? ਨਾ ਸਾਨੂੰ ਪੜ੍ਹਨ ਦਿੰਦੇ ਆ, ਨਾ ਸਾਨੂੰ ਖੇਤੀ ਕਰਨ ਦਿੰਦੇ ਆ। ਜਿਹੜੀਆਂ ਮਾਤਾ ਸਾਡੀਆਂ 70 80 ਸਾਲ ਦੀਆਂ ਤੁਰ ਨਹੀਂ ਸਕਦੀਆਂ, ਉਹ ਅਸੀਂ ਅੱਜ ਦਿੱਲੀ ਲਈ ਬੈਠੇ ਆ। ਇਹ ਮੋਦੀ ਸਰਕਾਰ ਨੂੰ ਸੋਚਣਾ ਚਾਹੀਦਾ ਸੀ ਵੀ ਸਾਡੇ ਕਿਸਾਨਾਂ ਦੇ ਸਿਰ ਤੋਂ ਤਾਂ ਤੇਰੀ ਦਿੱਲੀ ਚੱਲਦੀ ਆ ਤੇ ਤੂੰ ਕਿਸਾਨਾਂ ਦਾ ਹੀ ਮੂੰਹ 'ਚ ਰੋਟੀ ਖੋਹ ਰਿਹਾ, ਤੇ ਫਿਰ ਤੇਰਾ ਬਣੂਗਾ ਕੀ ਮੋਦੀ ਆ। लगातार किसानी प्रदर्शन जारी है। 17 दिन का समा हो चुका है। दिल्ली ਦੀਆਂ ਵੱਖ-ਵੱਖ सरहदां ਦੇ ਉੱਤੇ किसान ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ लगातार डटे हुए ने। ਤਾਂ ਇੱਕ ਪਾਸੇ ਸਰਕਾਰ ਆਪਣੀ ਅੜੀ ਤੇ ਹੈ ਕਿ ਕਾਨੂੰਨ ਵਾਪਸ ਨਹੀਂ ਹੋਣਗੇ, ਪਰ ਬੀਤੀ ਰਾਤ ਬਾਰਿਸ਼ ਹੋਈ। ਬਾਰਿਸ਼ ਦੇ ਨਾਲ ਜਿਹੜਾ ਚਿੱਕੜ ਹੈ ਉਹ ਬਹੁਤ ਜ਼ਿਆਦਾ ਹੋ ਗਿਆ। ਪਿੱਛੇ ਮੇਰੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੰਦਗੀ ਜਿਹੜੀ ਹੈ, ਕਿਉਂਕਿ ਪਹਿਲਾਂ ਹੀ ਇੱਥੇ ਕੂੜੇ ਦਾ ਢੇਰ ਲੱਗਾ ਹੋਇਆ ਸੀ ਤੇ ਉਸ ਤੋਂ ਬਾਅਦ ਜਦ ਬਾਰਿਸ਼ ਹੋ ਗਈ ਤੇ ਉਸ ਦੇ ਨਾਲ ਇਹ ਚਿੱਕੜ ਦੇ ਵਿੱਚ ਤਬਦੀਲ ਹੋ ਗਿਆ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੀ ਸਾਫ਼ ਸਫਾਈ ਕੀਤੀ ਜਾਵੇ, ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਇਸੇ ਗੰਦਗੀ ਦਾ ਸਾਹਮਣਾ ਕਰ ਰਹੇ ਨੇ, ਪਰ ਸਰਕਾਰ ਇਸ ਤੇ ਧਿਆਨ ਦੇਣ ਨੂੰ ਬਿਲਕੁਲ ਵੀ ਤਿਆਰ ਨਹੀਂ ਹੈ। ਕੀ ਲੱਗਦਾ ਹੈ ਪ੍ਰੋਬਲਮ ਜਿਹੜੀ ਹੈ ਕਦੋਂ ਸੋਲਵ ਹੋਣ ਵਾਲੀ ਹੈ? ਇਹ ਜ਼ਿਲ੍ਹਾ ਝੱਜਰ ਪੈਂਦਾ ਹਰਿਆਣੇ ਦਾ। ਇਹ ਖੱਟੜ ਸਰਕਾਰ ਦਾ ਟੋਏ ਪਟਾਉਂਦੀ ਆ। ਇਹਨੇ ਸਫਾਈ ਕਰਕੇ ਕੀ ਕਰਨਾ? ਕਿਸਾਨਾਂ ਤੋਂ ਕੀ ਲੈਣਾ ਇਹਨਾਂ ਨੂੰ? ਤੁਹਾਨੂੰ ਲੱਗਦਾ ਹੈ ਕਿ ਇਹ ਸੰਘਰਸ਼ ਨੂੰ ਡਾਈਵਰਟ ਕਰਨ ਦਾ ਇੱਕ ਤਰੀਕਾ ਹੋ ਸਕਦਾ ਕਿ ਗੰਦਗੀ ਇਸ ਤਰੀਕੇ ਦੇ ਨਾਲ ਬਿਮਾਰੀਆਂ ਫੈਲਣਗੀਆਂ, ਜਾਂ ਇਹਨੂੰ ਦੇਖ ਕੇ ਕਿਸਾਨਾਂ ਦਾ ਮਨ ਜਿਹੜਾ ਉੱਠ ਜਾਏਗਾ? ਇਹ ਬਿਮਾਰੀ ਫੈਲਾਉਣ ਦਾ ਤਰੀਕਾ ਹੀ ਇਹਨਾਂ ਦਾ ਇੱਕ। ਇਹ ਤਾਂ ਹੀ ਕਹਿੰਦੇ ਨੇ ਵੀ ਕਿਸਾਨ ਭੱਜ ਜਾਣਗੇ ਇੱਥੋਂ, ਸੰਘਰਸ਼ ਫੇਲ ਹੋ ਜਾਊਗਾ, ਪਰ ਇਦਾਂ ਕਿਸਾਨ ਨਹੀਂ ਫੇਲ ਹੋ ਸਕਦੇ। ਕਿਸਾਨ ਤਾਂ ਇਹ ਪਾਣੀ 'ਚ ਰਹਿੰਦੇ ਨੇ। ਕਿਸਾਨਾਂ ਦਾ ਸੰਘਰਸ਼ ਫੇਲ ਨਹੀਂ ਹੁੰਦਾ ਜੀ। ਇਹ ਸਰਕਾਰ ਦੀਆਂ ਚਾਲਾਂ ਨੇ, ਕੋਈ ਚੱਕਰ ਨਹੀਂ। ਜਿੰਨਾ ਮਰਜ਼ੀ ਸਰਕਾਰ ਕਰੀ ਜਾਵੇ, ਕਿਸਾਨ ਮਤਲਬ ਜਿਹੜੇ ਲੈਵਲ ਤੇ ਆਇਆ, ਇਹ ਹੁਣ ਸਿਰੇ ਵਾਲਾ ਲੈਵਲ ਆ ਜੀ। ਇਦੋਂ ਉੱਪਰ ਮਿਸ਼ਨ ਫਤਿਹ ਹੋ ਜਾਊਗਾ ਜੀ। ਬਸ ਹੁਣ ਇਹ ਸਰਕਾਰ ਜੋ ਮਰਜ਼ੀ ਕਰੀ ਜਾਵੇ, ਸਰਕਾਰ ਦੀ ਚਾਲ ਹਰੇਕ ਫੇਲ ਹੋ ਜੂਗੀ। ਹਾਲੇ ਤੱਕ ਕੋਈ ਗੱਲ ਬਣਦੀ ਦਿਖ ਨਹੀਂ ਰਹੀ। ਗੱਲ ਹੌਲੀ ਹੌਲੀ ਬਣ ਜੀ, ਸਮਾਂ ਲੱਗਦਾ ਥੋੜਾ ਜਿਹਾ, ਸਭ ਕੁਝ ਬਣ ਜਾਣਾ। ਪਰ ਤੁਹਾਨੂੰ ਕੀ ਲੱਗਦਾ ਵਾ ਕਿ ਸਰਕਾਰ ਅੜੀ ਕਿਉਂ, ਆਪਣੀ ਜਿੱਦ ਤੇ ਕਿਉਂ ਅੜੀ ਹੋਈ ਹੈ? ਲਗਾਤਾਰ ਮੀਟਿੰਗਾਂ ਹੋਈਆਂ, 5 ਮੀਟਿੰਗਾਂ ਹੋਈਆਂ, 6ਵੀਂ ਮੀਟਿੰਗ ਹੋਣ ਤੋਂ ਪਹਿਲੇ ਅਮਿਤ ਸ਼ਾਹ ਨੇ ਮੀਟਿੰਗ ਬੁਲਾ ਲਈ, ਪਰ ਕੋਈ ਹੱਲ ਨਿਕਲਦਾ ਨਹੀਂ ਜਾ। ਚਲੋ ਜੀ, ਹੁਣ ਇਹ ਸਰਕਾਰ ਵੀ ਫਸ ਗਈ ਕਾਨੂੰਨ ਲਾਗੂ ਕਰਕੇ। ਕੁਝ ਸਮਾਂ ਲੱਗੂ, ਹੌਲੀ ਹੌਲੀ ਰੱਦ ਕਰਨ ਨੂੰ ਸਮਾਂ ਤਾਂ ਲੱਗਦਾ ਹੀ ਆ। ਹੁਣ ਸਰਕਾਰ ਇਹਨੂੰ ਪਾਸ ਕਰਕੇ ਫਸ ਗਈ, ਉਹ ਮਤਲਬ ਹੌਲੀ ਹੌਲੀ ਝੁਕਦੀ ਨਜ਼ਰ ਆ ਰਹੀ ਆ। ਹਾਲੇ ਤੇ ਥੋੜੀ ਬਾਰਿਸ਼ ਹੋਈ, ਜੇਕਰ ਜ਼ਿਆਦਾ ਬਾਰਿਸ਼ ਹੁੰਦੀ ਤੇ ਕਿੰਨੀ ਮੁਸੀਬਤ ਆ ਸਕਦੀ। बारिश नाल काफ़ी मुसीबत आई है। रास्ते च जो आ रहे थे, कल हम आए थे, रास्ते च वो जो आ रहे थे किसान, वो पंजाबी चैनल आ फिर ठीक है, मैं हिंदी ने जोर लाई। रास्ते च ਜਿਹੜੇ ਆਉਂਦੇ ਸੀਗੇ ਰਾਤ ਚ, ਉਹਨਾਂ ਦੇ ਤਰਪਾਲ ਵੀ ਨਹੀਂ ਪਾਏ ਹੋਏ ਸੀਗੇ ਉਹਨਾਂ ਦੇ ਇੱਥੋਂ ਤੱਕ, ਜਾਨੀ ਕਿ ਉਹ ਰੋਕੇ ਹੋਏ ਨਹੀਂ ਸੀ। ਟਰਾਲੀਆਂ ਆ ਰਹੀਆਂ ਸੀ ਬਹੁਤ ਰਾਸਤੇ 'ਚ, ਫਿਰ ਵੀ ਪਰ ਹੁਣ ਤਾਂ ਫਿਰ ਵੀ ਚੱਲ ਵਧੀਆ ਪੁਲ ਦਾ ਕਰਕੇ ਸੌਖਾ ਹੈਗਾ, ਤੇ ਪ੍ਰੋਬਲਮ ਤਾਂ ਹੁੰਦੀ ਆ ਬਾਰਿਸ਼ ਕਰਕੇ। ਰਾਤ ਬਹੁਤ ਔਖਾ ਹੋਇਆ ਵਾ। ਪਰ ਸਰਕਾਰ ਦੇ ਇੰਤਜ਼ਾਮਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜੇ ਇੱਥੇ ਜਦੋਂ ਇੰਨੇ ਕਿਸਾਨ ਆਏ ਨੇ, ਥੋੜਾ ਬਹੁਤਾ ਇੰਤਜ਼ਾਮ ਕਰਨਾ ਚਾਹੀਦਾ ਸੀ, ਉਸ ਨੂੰ ਕਿਸ ਤਰ੍ਹਾਂ ਤੁਸੀਂ? सरकार क्यों इंतजाम करेगी? किस लिए करेगी? अगर सरकार ने इंतजाम करना होता तो ये काले कानून नहीं लाते। इनको ये भी पता है अगर जितने भी काले कानून थोपे जाएंगे किसान के ऊपर, किसान जो है ना उतना ही इनको जो है ना संघर्ष करेगा और इनके ऊपर ऐसा दबाव बनाएगा कि इनको छठी का दूध आ जाएगा। उल्टा हटने वाला नहीं है किसान, और ना हटेंगे जब तक। भावे कुछ भी कर लो, बारिश मान लो बारिश आ गई, कीचड़ हो गया, 24 घंटे किसान ने तो कीचड़ में रहना है, पानी में रहना है।
24 घंटे हालात वो भी हैं भाई, ये नहीं पता कब खेतों में रात को पानी देते हैं सरप आ जा, और कोई कीड़ा ऐसा है जो किसान को डस ले खा ले, तो किसान नहीं डरता किसी भी ताकत से। कोई भी दुनिया की ताकत जो है ना किसान मजदूर को जो है ना पीछे नहीं हटा सकती, ये हमारा दावा है। और ये आज तक का इतिहास गवाह इस बात का। जब तक ये धरती रहेगी ये जंग भी होते जाएंगे, मैदान बदलते जाएंगे, और एक दिन इंसान जीतेगा, सच्चाई की जीत होगी। क्योंकि कमाने वाला एक मेहनतकश जो सारी दुनिया को रोटी देता है, राज वो भूखा है, उसकी खेती का जो लागत खर्च है वो भी पूरा नहीं हो रहा। भावे कितना भी खर्च कर लो, फिर भी जो है ना अपने भाईचारे से या आड़ती से जो है ना उधार लेकर अपना काम चलाता है। लोन लेने चले जाओ, लोन नहीं मिलता, ऋण के जो है ना अरबों खरबों जो है ना माफ कर दे हैं। जिस तरह मोदी जो है ना 12,000 करोड़ देकर भाग गया, तो ये तो जो है ना इनके लिए काम करेंगे, ये जरूरी बात है। ये तो ताकत हमें अपने हाथ में लेनी पड़ेगी एक दिन। जो शहीद आजम भगत सिंह ने कहा था ना कि ये गोरे जो है ना इस कुर्सी को छोड़िए चले जाएंगे, लेकिन इस गोरी चमड़ी वालों की जो कुर्सी थी उन पर ये काली चमड़ी वाले बैठेंगे, और जनता पर जो है ना जो आज अंग्रेज जुल्म कर रहे हैं उससे भी ज्यादा बढ़ के शोषण होगा, जुल्म होगा, अत्याचार होगा। आज वही बात भगत सिंह की जो है ना सच है। आज क्यों कहे, हम भी कहते हैं, ये हमारे भाई हैं, बुजुर्ग है, सब कहते हैं अंग्रेजा राज अच्छा था, कि नहीं ये बात है। क्योंकि जुल्म जो है ना इन लोगों ने जितने करे हैं ना कोई अंत नहीं। और इनने तो 6 साल में जो है ना जनता का ऐसा कचुम्बर निकाल दिया। पहले तो एक सेकेंड, पहले तो इनने इलेक्शन में 2014 में कहा अगर भाई अच्छे दिन आएंगे, 15 लाख खाते में आएंगे, नोटबंदी कर दी, जीएसटी लगा दी, धारा 370 हटा दी। आज जो है ना वो पुलवामा हमले में जो है ना हमारे बेटे थे जो 44 फौजी इसने मरवाए इलेक्शन के लिए, खाली इलेक्शन जीतने के लिए मरवाए इसने। कब तक जनता सहन करेगी? आज कोरोना की आड़ में जो है ना ये कानून किसानों के ऊपर थप्पड़ लग रहे हैं। इनने तो ये सोचा था, पर जब इलेक्शन हो रहा है तो वहाँ पे तो कोरोना नहीं है, इलेक्शन हो रहा है, सारे काम बाकी चल रहे हैं। वहां तो कोरोना इनके लिए तो नहीं है, ये तो आम जनता के लिए है कोरोना। इन्होंने जो है ना सारी जनता जो है ना, हाँ इन्होंने तो जनता जो है ना सारी की सारी एक कमरे में बंद कर दी, बाहर ना निकलो, कोरोना है। वो कोरोना था ना उस टाइम तो कुछ नहीं, इनके हिसाब के चलता ना। हाँ हाँ वो कोरोना हमारे हिसाब से सबसे बड़ा कोरोना बीजेपी सरकार है, मोदी है, अमित शाह है। इससे बड़े कोरोना और धरती पर कोई नहीं है। बड़े कीटाणु है दो, ये कोरोना के मोदी और अमित शाह दोनों ये कोरोना के बड़े कीटाणु है, सारे पूरे भारत को चिंबड़ गए हैं। ਹੁਣ ਕਿਸਾਨਾਂ ਦਾ ਇੱਕ ਐਵੇਂ ਰਹੂਗਾ ਨਾ, ਕੋਈ ਵੀ ਹੁਣ ਕਰੋਨਾ ਕੋਈ ਸਰਕਾਰ ਕੋਈ ਵੀ ਚਾਲਾਂ ਚੱਲ ਲੇਵੇ, ਹੁਣ ਤਾਂ ਐਵੇਂ ਇੱਕ ਆ ਰਿਹਾ। ਹੋਰ ਥੋੜੇ ਦਿਨਾਂ 'ਚ ਆਪਾਂ ਦੇਖਾਂਗੇ ਸਰਕਾਰ ਕਾਨੂੰਨ ਰੱਦ ਹੋਏ ਲੈ ਬਸ। ਏਕਾ ਜਾਂ ਸਾਡੇ ਨਾਲ ਇੱਥੇ ਖੜੇ ਹੋਣ ਦਾ ਕਾਰਨ ਕੀ ਹੈ? ਅਸੀਂ ਮੁੜਾਂਗੇ ਕਿਉਂ ਨਹੀਂ? ਕਿਉਂਕਿ ਸਾਨੂੰ ਪਤਾ ਸਾਡੀ ਮਗਰ ਵੀ ਮੌਤ ਹੈ। ਅੱਗੇ ਕਿਸਾਨ ਕੋਈ ਵੀ ਜਿੰਦਾ ਨਹੀਂ ਰਹੂਗਾ ਅਗਰ ਜੇ ਤਿੰਨੇ ਕਾਨੂੰਨ ਲਾਗੂ ਰਹੇ। ਤਿੰਨੇ ਕਾਨੂੰਨ ਅਗਰ ਨਹੀਂ ਹੁੰਦੇ, ਇਹਨਾਂ ਦੇ ਦਿਮਾਗ 'ਚ ਅੱਜ ਚਲੇ ਜਾਣਗੇ, 10 ਦਿਨ ਨੂੰ ਚਲੇ ਜਾਣਗੇ, 2 ਮਹੀਨਿਆਂ ਨੂੰ ਚਲੇ ਜਾਣਗੇ। ਜਿਸ ਆਦਮੀ ਦੇ ਮਗਰ ਮੌਤ ਖੜੀ ਹੋਵੇ ਉਹ ਕਦੇ ਵੀ ਕਿਸੇ ਮੈਦਾਨ 'ਚੋਂ ਪਿੱਛੇ ਨਹੀਂ ਜਾਊਗਾ। ਇਸ ਕਰਕੇ ਸਾਨੂੰ ਪਤਾ ਅੱਗੇ ਤਾਂ ਸਾਡੀ ਜਿਹੜੀ ਮੌਤ ਆ ਉਹ ਡੈਫੀਨੇਟ ਹੈ, ਹਰ ਹਾਲ 'ਚ ਹੋਊਗੀ। ਪਰ ਜਦੋਂ ਇੱਥੇ ਅਸੀਂ ਲੜਾਂਗੇ, ਇੱਥੇ ਸਾਨੂੰ ਹੈ ਵੀ ਕਿਤੇ ਨਾ ਕਿਤੇ ਕੋਈ ਚਾਂਸ ਬਣ ਸਕਦਾ। 1 ਮਹੀਨੇ ਨੂੰ, 2 ਨੂੰ, 6 ਨੂੰ ਜਾਂ ਸਾਲ 2 ਸਾਲ ਤੱਕ ਵੀ ਲੜਾਂਗੇ ਤਾਂ ਸਾਨੂੰ ਚਾਂਸ ਲੱਗਦਾ ਵੀ ਸਾਡੇ ਕੁਝ ਨਾ ਕੁਝ ਕਿਸਾਨ ਬਚ ਜਾਣਗੇ। ਇਸ ਕਰਕੇ ਸਰਕਾਰ ਇਹ ਚੀਜ਼ਾਂ ਨੂੰ ਭੁੱਲ ਜੇ ਵੀ ਅਸੀਂ ਮਗਰ ਮੁੜ ਜਾਾਂਗੇ, ਕਿਉਂਕਿ ਕੋਈ ਵੀ ਬੰਦਾ ਨਹੀਂ ਮੁੜੂ। ਜਿਸ ਦੀ ਮੌਤ ਹੋਊ ਨਾ ਮਗਰ ਉਹ ਕੋਈ ਵੀ ਇਨਸਾਨ ਪਿੱਛੇ ਨਹੀਂ ਮੁੜੂ। ਇਸ ਕਰਕੇ ਇੱਕ ਜਥੇਬੰਦੀ ਜਿਹੜੀ ਆ ਉਹ ਸੁਪਰੀਮ ਕੋਰਟ ਵੀ ਚੱਲ ਗਈ ਆ। ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਇਹਦਾ ਕੇਸ ਜਿਹੜਾ ਵਾ ਉਹ ਸ਼ੁਰੂ ਕਰ ਦਿੱਤਾ। ਉਸ ਨੂੰ ਕਿਸ ਤਰ੍ਹਾਂ ਦੇਖਦੇ ਪਏ ਹੋ? ਦੇਖੋ ਜਿਹੜੇ ਬੰਦੇ, ਜੇ ਅਸੀਂ ਕਹੀਏ ਕੱਲ ਨੂੰ ਕੋਈ ਬੰਦਾ ਇਹ ਨਾ ਆਖੇ ਵੀ ਤੁਸੀਂ ਕੋਰਟ ਰਾਹੀਂ ਆਉਂਦੇ, ਪਰ ਕੋਰਟ ਵੀ ਤਾਂ ਇਹਨਾਂ ਦੀ ਆ ਨਾ, ਕੋਰਟ ਵੀ ਤਾਂ ਇਹਨਾਂ ਦੀ ਆ। ਜੇ ਕੋਰਟ ਰਾਹੀਂ ਇਹੀ ਮਸਲੇ ਹੱਲ ਹੋਣੇ, ਹੁਣ ਜਿਹੜਾ ਮੈਨੀਫੈਸਟੋ ਇਹ ਦਿੰਦੇ ਨੇ ਹਰ ਵਾਰੀ, ਉਹਦੇ ਤੇ ਕੋਰਟ ਕੇਸ ਕਿਉਂ ਨਹੀਂ ਸੁਣਵਾਈ ਕਰਦੀ? ਜੇ ਇਹਨਾਂ ਨੇ ਇਹੀ ਕੁਝ ਕਰਨਾ ਤਾਂ ਅਸੀਂ ਇੱਕੋ ਹੀ ਗੱਲ ਕਹਿੰਦੇ ਆ, ਸੋਚਦੇ ਨੇ ਵੀ ਸਾਡੇ ਲਈ ਕਾਨੂੰਨ ਇਹ ਆ। ਇੱਕੋ ਹੀ ਕਾਨੂੰਨ ਸਾਨੂੰ ਚਾਹੀਦਾ ਵੀ ਜਿਹੜਾ ਸੀਐਮ ਕਿਸੇ ਵੀ ਸਟੇਟ ਦਾ ਅਗਰ ਉਸ ਸਟੇਟ ਨੂੰ ਘਾਟਾ ਪੈਂਦਾ ਤਾਂ ਉਹਦੀ ਨਿੱਜੀ ਪ੍ਰਾਪਰਟੀ ਸੀਜ਼ ਕਰਕੇ ਪੈਸੇ ਵਸੂਲੇ ਜਾਣ। ਆ ਜਿਹੜੇ ਤੁਸੀਂ ਸੋਚਦੇ ਨਾ ਅਸੀਂ ਹੱਕ ਮੰਗਣਾ ਆ, ਇਹ ਸਾਨੂੰ ਮੱਲੋ ਮੱਲੀ ਦੇ ਦੇਣਗੇ।
ਇਹ ਸੀਐਮ ਤੇ ਪੀਐਮ ਤੇ ਕਾਨੂੰਨ ਲਾਗੂ ਹੋਣਾ ਚਾਹੀਦਾ। ਜਿੰਨੇ ਸਾਡੇ ਸੰਸਦ ਮੈਂਬਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਹੋ ਜਾਣ। ਜੇ ਸਾਨੂੰ ਘਾਟਾ ਪੈਂਦਾ, ਸਾਡਾ ਬਾਪ ਕਰਜ਼ਾ ਲੈਂਦਾ, ਅਗਰ ਉਹਨੂੰ ਕੋਈ ਪ੍ਰੋਬਲਮ ਹੋ ਜਾਏ ਤਾਂ ਸਾਡੀ ਪ੍ਰਾਪਰਟੀ ਸੀਜ਼ ਹੁੰਦੀ ਆ। ਇਹ ਵੀ ਦੇਸ਼ ਦੇ ਰਖਵਾਲੇ ਨੇ, ਮਾਈ ਬਾਪ ਨੇ। ਅਗਰ ਇਹ ਕਰਜ਼ਾ ਜ਼ਿਆਦਾ ਚੜਾ ਜਾਂਦੇ ਨੇ ਤਾਂ ਇਹਨਾਂ ਦੀ ਪ੍ਰਾਪਰਟੀ ਕਿਉਂ ਨਹੀਂ ਸੀਜ਼ ਹੁੰਦੀ? ਉੱਥੇ ਕੋਰਟ ਕਿਉਂ ਚੁੱਪ ਕਰਦਾ? ਅਗਰ ਸੁਪਰੀਮ ਕੋਰਟ ਇਦਾਂ ਦੀਆਂ ਰੂਲ ਐਂਡ ਰੈਗੂਲੇਸ਼ਨ ਪੈਦਾ ਕਰੇ ਤਾਂ ਇਹ ਸੰਘਰਸ਼ ਦੀ ਮੈਂ ਵਾਅਦੇ ਨਾਲ ਕਹਿਣਾ ਵੀ ਕਿਸੇ ਨੂੰ ਜ਼ਰੂਰਤ ਨਹੀਂ ਹੋਊਗੀ, ਨਾ ਕਿਸੇ ਮੁਲਾਜ਼ਮ ਜਥੇਬੰਦੀ ਨੂੰ, ਨਾ ਕਿਸਾਨ ਨੂੰ, ਕਿਸੇ ਵੀ ਅਦਾਰੇ ਨੂੰ ਤੁਹਾਨੂੰ ਐਜੀਟੇਸ਼ਨ ਦੀ ਜ਼ਰੂਰਤ ਨਹੀਂ ਪਊਗੀ, ਕਿਉਂਕਿ ਹਰੇਕ ਬੰਦੇ ਦੇ ਗਲ ਤੇ ਤਲਵਾਰ ਲਟਕਦੀ ਹੋਊ ਉਸ ਟਾਈਮ ਕਿ ਮੇਰਾ ਅਦਾਰਾ ਘਾਟੇ ਜਾਂਦਾ ਤੇ ਮੈਂ ਮਰੂੰਗਾ। ਇਹ ਸਾਡੇ ਜਿਹੜੀਆਂ ਕਾਨੂੰਨ ਦੀਆਂ ਚੋਰ ਮੋਰੀਆਂ ਨੇ, ਇਹ ਹੀ ਸਾਨੂੰ ਇੱਥੇ ਐਜੀਟੇਸ਼ਨ ਨੂੰ ਲੈ ਕੇ ਆਈਆਂ ਨੇ। ਅਸੀਂ ਆਪ ਨਹੀਂ ਆਏ, ਇਹ ਜਾਣਬੁੱਝ ਕੇ ਅੱਜ ਸੋਚਦੇ ਨੇ ਅਸੀਂ ਕਾਨੂੰਨ ਦੀ ਉਲੰਘਣਾ ਕਰਦੇ ਆ। ਇੱਥੇ ਤੁਸੀਂ ਇਕੱਠੇ ਕਿਉਂ ਹੋ ਗਏ? ਇਹਨਾਂ ਲਈ ਕੋਈ ਕਾਨੂੰਨ ਨਹੀਂ ਹੈ। ਜਿੱਥੇ ਚੋਣਾਂ ਹੁੰਦੀਆਂ ਨੇ, ਲੱਖਾਂ ਬੰਦਿਆਂ ਦਾ ਇਕੱਠ ਹੁੰਦਾ। ਪ੍ਰੋਬਲਮ ਇਹਨਾਂ ਨੂੰ ਸਿਰਫ ਇਸ ਚੀਜ਼ ਦੀ ਆ, ਇਹ ਲੋਕ ਆਪਦਾ ਇਕੱਠ ਹੈ ਜਿਹੜਾ ਉਹ ਪੈਸੇ ਦੇ ਬਲ ਤੇ ਲੈ ਕੇ ਆਉਂਦੇ ਨੇ। ਲੋਕਾਂ ਨੂੰ ਆਪਦੀਆਂ ਗੱਡੀਆਂ ਭੇਜਦੇ ਨੇ, ਆਪਦੇ ਅਫਸਰਾਂ ਨੂੰ ਲਾਉਂਦੇ ਨੇ, ਟੀਮਾਂ ਨੂੰ ਲਾਉਂਦੇ ਨੇ, ਜ਼ਬਰਦਸਤੀ ਇਕੱਠ ਕੀਤਾ ਜਾਂਦਾ। ਇਹਨਾਂ ਨੂੰ ਜੈਲਸੀ ਸਿਰਫ ਸਾਡੇ ਨਾਲ ਇਹ ਆ। ਇਹ ਜਿਹੜਾ ਇਕੱਠ ਹੈ ਇਹ ਨਾ ਕਿਸੇ ਵੀ ਪੋਲੀਟੀਸ਼ੀਅਨ ਦਾ, ਨਾ ਕਿਸੇ ਲੀਡਰ ਦਾ। ਜੇ ਤੁਸੀਂ ਸੋਚੋ ਵੀ ਕਿਸਾਨ ਯੂਨੀਅਨ ਲੈ ਕੇ ਆਈ ਆ, ਯੂਨੀਅਨ ਨਹੀਂ ਲੈ ਕੇ ਆਈ, ਲੋਕ ਘਰੋਂ ਤੁਰੇ ਨੇ ਧੱਕੇ ਨਾਲ। ਲੀਡਰ ਤੇ ਸਾਡੇ ਅੱਗੇ ਲੱਗੇ ਹੋਏ ਨੇ, ਨਾ ਇਹ ਝੁਕਣਗੇ। ਇਹਨਾਂ ਨੂੰ ਰਾਜੇਵਾਲ ਸਾਹਿਬ ਨੇ ਪਹਿਲਾਂ ਵੀ ਕਿਹਾ ਸੀ ਵੀ ਸ਼ੂਟ ਹਿਮ। ਅਗਰ ਤੁਸੀਂ ਕਿਸਾਨਾਂ ਨੂੰ ਨਹੀਂ ਕੁਝ ਦੇਣਾ, ਮੀਟਿੰਗ ਦੇ ਚਲਦੀ ਮੀਟਿੰਗ ਦੇ ਵਿੱਚ ਬੋਲਿਆ ਵੀ ਸਾਡੇ ਕਿਸਾਨ ਲੀਡਰ ਨੂੰ ਸ਼ੂਟ ਕਰ ਦਿਓ। ਜਿੱਥੇ ਕਿਸਾਨ ਦਾ ਲੀਡਰ ਮਰਨ ਨੂੰ ਤਿਆਰ ਹੋਊ ਉੱਥੇ ਤੁਸੀਂ ਸਮਝ ਸਕਦੇ ਹੋ ਪਿੱਛੇ ਪਬਲਿਕ ਕਿੱਦਾਂ ਪਿੱਛੇ ਹਟ ਜੂ। ਇਹ ਸਰਕਾਰ ਦੀ ਸਮਝ ਨਹੀਂ ਆਉਂਦੀ ਮੈਨੂੰ ਵੀ ਕਿਹੜੇ ਹਿਸਾਬ ਨਾਲ ਸੋਚਦੀ ਆ। ਇਹਨਾਂ ਦੇ ਥਿੰਕ ਟੈਂਕ ਅੱਜ ਕਿੱਥੇ ਗਏ ਨੇ? ਉਹ ਕਿਉਂ ਨਹੀਂ ਇਸ ਇਤਿਹਾਸ ਨੂੰ ਸਮਝਦੇ? ਦੂਸਰੀ ਗੱਲ ਛੋਟੀ ਜੀ ਮੈਂ ਇਹ ਗੱਲ ਕਹਿਣਾ, ਦੇਖੋ ਸ਼ੁਰੂ ਦੇ ਵਿੱਚ ਇੱਕ ਨਕਸਲਵਾੜੀ ਪਿੰਡ ਦੇ ਵਿੱਚ ਧੱਕਾ ਹੋਇਆ, ਉਥੋਂ ਨਕਸਲਾਈਟ ਮੂਵਮੈਂਟ ਸ਼ੁਰੂ ਹੋਈ। ਨਕਸਲੀ ਕੋਈ ਜ਼ਿਆਦਾ ਬੰਦੇ ਨਹੀਂ ਸੀ, ਇੱਕੋ ਹੀ ਪਿੰਡ 'ਚ ਧੱਕਾ ਹੋਇਆ, ਸਾਰੇ ਦੇਸ਼ ਦੇ ਵਿੱਚ ਚਲੀ ਗਈ। ਉਸ ਤੋਂ ਬਾਅਦ ਸਿੱਖਾਂ ਨਾਲ ਧੱਕਾ ਹੋਇਆ, ਮੂਵਮੈਂਟ ਚੱਲੀ, 20 ਸਾਲ ਅਸੀਂ ਹੰਢਾਇਆ। ਹੁਣ ਉਹ ਸਿਰਫ ਕਿੰਨੇ ਲੋਕ ਸੀ? ਸਿੱਖ ਵੀ ਜ਼ਿਆਦਾ ਨਹੀਂ ਹੁੰਦੇ, ਜਿਹੜੇ ਇਮੋਸ਼ਨਲ ਸਿੱਖ ਹੁੰਦੇ ਨੇ ਉਹ 10 ਜਾਂ 15% ਹੁੰਦੇ ਨੇ। ਤੁਸੀਂ ਸੋਚ ਕੇ ਦੇਖੋ, ਅੱਜ ਹਰ ਵਰਗ ਦਾ ਕਿਸਾਨ ਹੈ, ਹਰ ਵਰਗ ਦੇ ਘਰੇ ਅੱਗ ਲੱਗੀ। ਜਿਹੜੀਆਂ ਮੂਵਮੈਂਟਾਂ ਨੂੰ ਨਕਸਲਾਈਟ ਨੂੰ ਇਹ ਅੱਜ ਤੱਕ ਨਹੀਂ ਦਵਾ ਸਕੇ, ਜਿਹੜੀ ਸਾਡੇ ਸਿੱਖਾਂ ਦੇ ਉੱਤੇ ਧੱਕਾ ਹੋਇਆ ਉਹ ਅੱਜ ਤੱਕ ਲੋਕਾਂ ਨੂੰ ਯਾਦ ਹੈ। ਉਹ ਤੁਸੀਂ ਇਹ ਕਿਉਂ ਨਹੀਂ ਹੋਸ਼ ਕਰਦੇ ਵੀ ਅੱਜ ਤਾਂ ਤੁਸੀਂ ਘਰ ਘਰ ਹਿੰਦੂ, ਮੁਸਲਮਾਨ, ਸਿੱਖ, ਈਸਾਈ ਜਿੰਨੇ ਵੀ ਕਿਸਾਨ ਨੇ ਸਾਰੇ ਤਬਕਿਆਂ ਦੇ ਅੰਦਰ ਜਦੋਂ ਤੁਸੀਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦੋਗੇ, ਅਗਰ ਉਹ ਮੂਵਮੈਂਟ ਬਾਹਰ ਨਿਕਲ ਕੇ ਆਊ ਤੁਹਾਡਾ ਬਣੂ ਕੀ? ਇਹ ਸੋਚਦੇ ਆ ਨਾ ਵੀ ਅਸੀਂ ਸੰਸਦ ਦੇ ਵਿੱਚ ਆ ਬੰਦੇ ਲਾ ਲੇ, ਆ ਫੋਰਸਾਂ ਲਾ ਲੀਆਂ, ਫੋਰਸਾਂ 'ਚ ਵੀ ਤੇ ਸਾਡੇ ਹੀ ਭਾਈ ਨੇ ਨਾ। ਅਸੀਂ ਤੁਹਾਨੂੰ ਵਾਅਦੇ ਨਾਲ ਕਹਿੰਦੇ ਬੰਦੇ ਕਾਨੂੰਨ ਦੇ ਬੰਨੇ ਹੋਇਆ, ਗੋਲੀਆਂ ਸਾਡੇ ਤੇ ਨਹੀਂ ਚੱਲਣਗੀਆਂ। ਜਿੱਦੇ ਸਟਾਲਿਨ ਨੇ ਜ਼ਿਆਦਾ ਰੂਸ ਦੇ ਵਿੱਚ ਕ੍ਰਾਂਤੀ ਆਈ ਹੈ, ਉਸ ਦਿਨ ਇਹੀ ਹਕੂਮਤਾਂ ਨੇ ਇਸੇ ਇਕੱਠ ਦੇ ਉੱਤੇ ਟੈਂਕ ਦੀ ਬੋੜਾ ਝੂਠ ਦਾ ਕਦਮ ਪਾਰ ਲੱਗਦਾ, ਸੱਚ ਰਹਿੰਦਾ ਕਦਾ ਆਬਾਦ ਰੋਦੀ। ਖਾਦਾਂ ਦੇ ਪਾਲਿਆ ਤੂੰ ਦੇਣਾ ਪਊ ਤੈਨੂੰ ਹਿਸਾਬ ਮੋਦੀ। ਹੱਕ ਮੰਗਿਆ ਨਹੀਂ ਤੂੰ ਦੇਣ ਲੱਗਾ, ਹੱਕ ਜਾਣਦਾ ਲੈਣ ਪੰਜਾਬ ਚ ਮੋਦੀ। ਮਤ ਤੂੰ ਕਹਿੰਦੇ ਲੋਕ ਪੰਜਾਬ ਮੋਦੀ, ਇਹਨੂੰ ਕਹਿੰਦੇ ਲੋਕ ਪੰਜਾਬ ਮੋਦੀ। ਤੁਹਾਨੂੰ ਕੀ ਲੱਗਦਾ ਹੈ ਕਿ ਸ਼ਾਇਦ ਸਰਕਾਰ ਨੇ ਨਹੀਂ ਸੀ ਸੋਚਿਆ ਕਿ ਪੰਜਾਬ ਤੋਂ ਇਹ ਦਿੱਲੀ ਪਹੁੰਚ ਜਾਣਗੇ, ਉਸ ਤੋਂ ਬਾਅਦ ਮੂਵਮੈਂਟ ਜਿਹੜੀ ਉਹ ਇੰਨੀ ਵੱਡਾ ਲੈਵਲ ਤੇ ਪਹੁੰਚ ਜੂਗੀ, ਤਾਂ ਹੀ ਸਰਕਾਰ ਪਹਿਲਾਂ ਗੱਲਬਾਤ ਕਰਨ ਨੂੰ ਤਿਆਰ ਨਹੀਂ ਸੀਗੀ। ਉਸ ਤੋਂ ਬਾਅਦ ਗੱਲਬਾਤ ਕਰਨ ਲਈ ਤਿਆਰ ਹੋਈ, ਫਿਰ ਬਿਨਾਂ ਸ਼ਰਤ ਗੱਲਬਾਤ ਕਰਨ ਲਈ ਤਿਆਰ ਹੋਈ, ਫਿਰ 5 ਮੀਟਿੰਗਾਂ ਦਾ ਦੌਰ ਹੋਇਆ, ਹੁਣ ਸੰਸ਼ੋਧਨ ਕਰਨ ਨੂੰ ਤਿਆਰ ਹੋਈ। ਕੀ ਲੱਗਦਾ ਹੈ ਸਰਕਾਰ ਦੇ ਵਿਚਾਰ ਕੀ ਸੀ? ਸਰਕਾਰ ਦੇ ਵਿਚਾਰ ਨਹੀਂ, ਇਹ ਪਾਰਟੀ ਦੇ ਵਿਚਾਰ ਨੇ। ਇਹ ਸਰਕਾਰ ਤੌਰ ਤੇ ਨਹੀਂ ਦੇਖ ਰਹੀ ਕਿ ਸਰਕਾਰ ਤੌਰ ਤੇ ਸੋਚੇ, ਸਰਕਾਰ ਤੌਰ ਤੇ ਕੰਮ ਕਰੇ। ਇਹ ਇੱਕ ਪਾਰਟੀ ਦੀ ਈਗੋ ਬਣ ਗਈ ਹੈ ਕਿ ਸਾਡੀ ਬੀਜੇਪੀ ਪਾਰਟੀ ਸਭ ਤੋਂ ਵੱਡੀ ਪਾਰਟੀ ਆ। ਜੇ ਅੱਜ ਆਹ ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਅਸੀਂ ਵਾਪਸ ਕਰਦੇ ਤੇ ਪਾਰਟੀ ਦੀ ਹਾਰ ਹੁੰਦੀ ਆ। ਇਹ ਸਰਕਾਰ ਦੀ ਹਾਰ ਨਹੀਂ ਮੰਨਦੇ, ਆਪਣੀ ਪਾਰਟੀ ਦੀ ਹਾਰ ਮੰਨਦੇ ਆ। ਇਸ ਕਰਕੇ ਇੱਕ ਈਗੋ ਹੈ ਇਹਦੇ ਵਿੱਚ। ਕੋਈ ਔਖੇ ਨਹੀਂ ਕਾਨੂੰਨ, ਸੰਸਦ ਇੱਕ ਦਿਨ ਵਾਸਤੇ ਬੁਲਾਓ, ਉਹਨੂੰ ਰੱਦ ਕਰਦੇ, ਨਵੇਂ ਕਾਨੂੰਨ ਲਾ ਦਿਓ। ਜਿਹੜੇ ਕਾਨੂੰਨ ਅਸੀਂ ਮੰਗੇ ਹੀ ਨਹੀਂ ਸੀ, ਮੰਗਿਆ ਤਾਂ ਅਸੀਂ ਨੌਕਰੀਆਂ ਮੰਗਿਆ, ਰੋਜ਼ਗਾਰ ਮੰਗਿਆ ਸੀ, ਆਪਣੇ ਸੈਮਿਟ ਕਮਿਸ਼ਨ ਜਿਹੜੀ ਰਿਪੋਰਟ ਮੰਗੀ ਸੀ ਉਹ ਤਾਂ ਤੁਸੀਂ ਦਿੱਤੀ ਨਹੀਂ। ਤੇ ਦਿੱਤਾ ਕਿ ਕਾਨੂੰਨ ਆਪਣੇ ਆਪ ਪਾਸ ਕਰਤੇ। ਦਿੱਤੀ ਉਹ ਚੀਜ਼ ਜਾਂਦੀ ਹੈ ਜਿਹੜੀ ਮੰਗੀ ਜਾਂਦੀ ਹੈ, ਜਿਹੜੀ ਚੀਜ਼ ਮੰਗੀ ਨਹੀਂ ਜਾਂਦੀ ਉਹ ਦੇਣ ਦਾ ਮਤਲਬ ਹੀ ਕੋਈ ਨਹੀਂ ਹੈਗਾ।
ਤੇ ਇਹ ਇਸ ਕਰਕੇ ਜੇ ਇਹ ਸਰਕਾਰ ਤੌਰ ਤੇ ਸੋਚੇ ਤੇ ਇਹ ਮਤਲਬ ਹੋ ਸਕਦੇ ਆ, ਪਰ ਇਹ ਪਾਰਟੀ ਤੌਰ ਤੇ ਸੋਚਿਆ ਇਹਨੂੰ ਛੱਡਣਾ ਪਊਗਾ, ਇਹ ਆਪਦਾ ਹੰਕਾਰ ਛੱਡਣਾ ਪਊਗਾ, ਕਿਸਾਨਾਂ ਅੱਗੇ ਝੁਕਣਾ ਪਊਗਾ, ਕਿਉਂਕਿ ਜਿੰਨੇ ਕਿ ਇੱਥੇ ਕਿਸਾਨ ਹੈ ਇਸ ਤੋਂ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਕਿਸਾਨ ਮਗਰੋਂ ਆਉਣ ਵਾਲੇ ਨੇ, ਪਹੁੰਚਣ ਵਾਲੇ ਨੇ। ਇਹ ਮਤ ਸੋਚਣ ਕਿ ਰਾਤ ਮੀਂਹ ਪੈ ਗਿਆ ਜਾਂ ਇਦਾਂ ਡਟੇ ਰਹਿਣਗੇ, ਕੁਝ ਰਾਸ਼ਨ ਮੁੱਕ ਜੂਗਾ, ਆਪੇ ਹੌਲੀ ਹੌਲੀ ਪਿੱਛੇ ਵੜ ਜਾਣਗੇ, ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਚਾਹੇ 6 ਮਹੀਨੇ ਲੱਗ ਜਾਣ, ਅਸੀਂ ਖੁਦ ਆਏ ਹਾਂ, ਮੇਰੇ ਪੇਸਮੇਕਰ ਲੱਗਿਆ, ਹਾਰਟ ਦਾ ਪ੍ਰੋਬਲਮ ਹੈ, ਪਰ ਮੈਂ ਸਰਪੰਚ ਆ ਪਿੰਡ ਰਸਤਾ ਖੇੜਾ ਬਲਾਕ ਮਲੋੜ ਮੇਰਾ, ਮੈਂ ਆਪਦੇ ਨਾਲ ਕਾਫਲੇ ਜਾਇਆ, ਪਹਿਲਾਂ ਵੀ ਲਾ ਕੇ ਹੁਣ ਦੁਬਾਰਾ ਫੇਰ ਆਇਆ ਲੈ ਕੇ, ਪਿੱਛੇ ਨਹੀਂ ਰਹੇ, ਪਿੱਛੇ ਸਾਡੇ ਕਾਫਲਾ ਫੇਰ ਤਿਆਰ ਹੈਗਾ। ਇਹ ਝੁਕਣਾ ਹੀ ਪਊਗਾ, ਇਹ ਜਿਹੜੇ ਕਾਨੂੰਨ ਵਾਪਸ ਕਰਨੇ ਪੈਣਗੇ, ਇਹਨਾਂ ਵਿੱਚ ਜਿਹੜੀਆਂ ਸੋਧਾਂ ਕਰਨ ਦਾ ਮਤਲਬ ਇਹ ਹੁੰਦਾ ਗਲਤੀਆਂ ਹੋਈਆਂ, ਜੇ ਗਲਤੀਆਂ ਹੋਈਆਂ ਤੇ ਫਿਰ ਜੇ ਪਤਾ ਸੀ ਪਹਿਲਾਂ ਤੇ ਫਿਰ ਇਹ ਨਾ ਕਰਦੇ ਹੀ ਨਾ। ਇਹ ਕਿਸਾਨਾਂ ਵਾਸਤੇ ਨਹੀਂ ਕੀਤੇ, ਕਿਸਾਨਾਂ ਵਾਸਤੇ ਜੇ ਕਰਨੇ ਹੁੰਦੇ ਤੇ ਫਿਰ ਐਡੀ ਜਲਦੀ ਨਹੀਂ ਸੀ ਹੁੰਦੇ, ਫਿਰ ਇਹਨਾਂ ਨੂੰ ਸਾਲਾਂ ਬਾਅਦ ਹੀ ਲੱਗ ਜਾਣੇ ਸੀ। ਅੱਜ ਇਹ ਕਾਨੂੰਨ ਆਉਣਾ ਸੀ, ਉਸ ਤੋਂ ਬਾਅਦ ਹੌਲੀ ਪਾਸ ਹੋਣੇ ਸੀ, ਫਿਰ ਰਾਜ ਸਭਾ ਪਾਸ ਹੋਣੀ ਸੀ। ਇਹ ਜਿਹੜਾ ਜਲਦੀ ਪਾਸ ਕਰਾਏ ਗਏ, ਇਹ ਸਿਰਫ ਜਿਹੜੇ ਪੂੰਜੀਪਤੀਆਂ ਵਾਸਤੇ ਕਰਾਏ ਗਏ ਨੇ, ਕਿਸਾਨਾਂ ਵਾਸਤੇ ਨਹੀਂ ਕਰਾਏ ਗਏ। ਹਾਂਜੀ, ਸਤਿ ਸ੍ਰੀ ਅਕਾਲ ਜੀ। ਅਸੀਂ ਤਾਂ ਇੱਥੇ ਤਾਂ ਹੀ ਇਕੱਠੇ ਹੋਏ ਆ, ਤੁਹਾਨੂੰ ਪਤਾ ਰਾਤ ਬਾਰਿਸ਼ ਬਹੁਤ ਪੈ ਰਹੀ ਸੀ, ਕਿਸੇ ਸਰਕਾਰ ਨੇ ਕਿਸੇ ਨੇ ਕੁਛ ਨਹੀਂ ਹਾਲ ਚਾਲ ਪੁੱਛਿਆ ਇੱਥੇ ਕਿਸੇ ਨੇ ਵੀ। ਬਾਕੀ ਸਾਡੇ ਮੁਸਲਿਮ ਭਾਈਚਾਰੇ ਆ, ਹਰਿਆਣੇ ਵਾਲੇ ਭਾਈਚਾਰੇ ਆ, ਉਹਨਾਂ ਨੇ ਸਬਜ਼ੀਆਂ ਦਾ ਸਾਡੇ ਤੇ ਬਹੁਤ ਪ੍ਰਬੰਧ ਕੀਤਾ। ਅਸੀਂ ਮੋਦੀ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਆ, ਇਹ ਸੰਘਰਸ਼ ਜਿੰਨਾ ਮਰਜ਼ੀ ਤੇਜ਼ ਹੋ ਜਾਏ ਪਰ ਅਸੀਂ ਡਟ ਕੇ ਮੁਕਾਬਲਾ ਕਰਾਂਗੇ। ਇਹ ਮੋਦੀ ਦੀਆਂ ਮਾੜੀਆਂ ਸੋਚਾਂ ਦੇ ਕਾਰਨ ਇਹ ਪੰਜਾਬ ਇੱਥੋਂ ਤੱਕ ਆਇਆ ਹੈ। ਇਹ ਬਣਾਇਆ ਕਿਹਨੇ? ਮੋਦੀ। ਇਹ ਸਾਡੇ ਪੰਜਾਬ ਨੇ ਬਣਾਇਆ, ਸਾਡੇ ਹਰਿਆਣੇ ਨੇ ਬਣਾਇਆ, ਤੇ ਅੱਜ ਸਾਡੇ ਲਈ ਵੇਖੋ ਇਹ ਕੀ ਕੋਈ ਕਰਕੇ ਲੈ ਕੇ ਆਇਆ। ਕਿਵੇਂ ਦੇਖਦੇ ਹੋ ਸਰਕਾਰ ਦਾ ਰੁਖ, ਕਿਉਂਕਿ ਸਰਕਾਰ ਨੇ ਤੋੜਨ ਦੀ ਕੋਸ਼ਿਸ਼ ਕੀਤੀ, ਕਿਸੇ ਪਾਰਟੀ ਨੂੰ ਸੱਦਾ ਭੇਜਦੇ ਨੇ ਕਿਸਾਨ ਆਗੂ ਨੂੰ, ਕਿਸੇ ਨੂੰ ਨਹੀਂ ਭੇਜਦੇ, ਇਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਉਸ ਤੋਂ ਬਾਅਦ ਮੀਡੀਆ ਦੇ ਵਿੱਚ ਬਿਆਨ ਆਉਂਦੇ ਨੇ, ਫਿਰ ਟੁੱਟਣ ਦੇ ਬਿਆਨ ਆਉਂਦੇ ਨੇ, ਫਿਰ ਜੁੜਨ ਦੇ ਬਿਆਨ ਆਉਂਦੇ ਨੇ, ਫਿਰ ਰੁੱਸ ਜਾਂਦੇ ਨੇ ਕਿਸਾਨ ਆਗੂ, ਵਾਪਸ ਦੁਬਾਰਾ ਜਿਹੜੇ ਆ ਉਹਨੂੰ ਅਮਿਤ ਸ਼ਾਹ ਬੁਲਾਉਂਦੇ ਨੇ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ, ਜਿਹੜੀ ਪਾੜਨ ਦੀ ਕੋਸ਼ਿਸ਼? ਇਹ ਪਾੜਨ ਦੀ ਸਭ ਭੜਕਾਊ ਭਾਸ਼ਣ ਹੈ ਜੀ, ਇਹ 'ਚ ਕੋਈ ਨਹੀਂ ਪੜਦਾ। ਜਿਹੜੇ ਕਿਸਾਨ ਜਥੇਬੰਦੀਆਂ ਸਭ ਇੱਕਜੁੱਟ ਆ, ਇਹਨਾਂ ਨੂੰ ਭਾਵੇਂ ਇਹਨਾਂ ਦੀ ਛਾਤੀਆਂ ਤੇ ਗੋਲੀਆਂ ਚੱਲਣੀਆਂ ਪੈ ਜਾਣ, ਇਹਨਾਂ ਦੀਆਂ ਭਾਵੇਂ ਕਤਲ ਹੋ ਜਾਣ, ਇਹ ਪਿੱਛੇ ਨਹੀਂ ਹਟਣ ਵਾਲੀ ਕੌਮ। ਇਹਨਾਂ ਦਾ ਸੰਘਰਸ਼ ਤੇਜ਼ ਹੀ ਰਹੂਗਾ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਦਿੱਲੀ ਸਰਕਾਰ ਨੂੰ, ਸੈਂਟਰ ਦੀ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਆ, ਮੈਂ ਰਾਈਟਰਾਂ ਜੀ ਆਪਦੀ ਕਲਮ ਰਾਹੀਂ ਦਿੰਦੇ ਆ। ਹੋ ਤੈਨੂੰ 19 ਵਾਰੀ ਜਿੱਤਿਆ, ਜਿੱਤਣਾ ਬੀਮੀ ਵਾਰੀ ਨਹੀਂ, ਆ ਪੰਜਾਬ ਹਰਿਆਣਾ ਕਰਕੇ ਆ ਗਿਆ ਫੁੱਲ ਤਿਆਰੀ ਨਹੀਂ। ਤੈਨੂੰ 19 ਵਾਰੀ ਜਿੱਤਿਆ, ਜਿੱਤਣਾ ਬੀਮੀ ਵਾਰੀ ਨਹੀਂ, ਪੰਜਾਬ ਹਰਿਆਣਾ ਕਰਕੇ ਆ ਗਿਆ ਫੁੱਲ ਤਿਆਰੀ ਨਹੀਂ। ਜਿਹੜੇ ਰਾਤ ਨੂੰ ਤਾਰੇ ਦੇਖੇ, ਜਿਹੜੇ ਰਾਤ ਨੂੰ ਤਾਰੇ ਵੇਖੇ, ਦਿਨੇ ਦਿਖਾ ਦਾਂਗੇ ਦਿੱਲੀਏ। ਜੇ ਹੱਲ ਨਾ ਹੋਏ ਮਸਲੇ ਪੂਛ ਚੁਕਾ ਦਾਂਗੇ ਦਿੱਲੀਏ, ਜੇ ਹੱਲ ਨਾ ਹੋਏ ਮਸਲੇ ਪੂਛ ਚੁਕਾ ਦਾਂਗੇ ਦਿੱਲੀਏ। ਹਜੇ ਵੀ ਸੰਭਲ ਜੋ, ਅਸੀਂ ਸੈਂਟਰ ਸਰਕਾਰ ਨੂੰ ਹਜੇ ਵੀ ਬੇਨਤੀ ਕਰਦੇ ਹਾਂ, ਪਰ ਅਸੀਂ ਕਲਮਾਂ ਦੇ ਰਾਹੀਂ, ਜੋ ਵੀ ਰਾਈਟਰ ਲੋਕ ਨੇ, ਅਸੀਂ ਕਲਮਾਂ ਦੇ ਰਾਹੀਂ ਕਹਿੰਦੇ ਆ ਵੀ ਹਜੇ ਵੀ ਮੌਕਾ ਵਕਤ ਆ, ਕਿਉਂਕਿ ਦੁਨੀਆ ਜਾਗ ਚੁੱਕੀ ਆ। ਇਹਦਾ ਕੰਮ ਨਹੀਂ ਹੈਗਾ ਵੀ ਜੁਮਲਿਆਂ 'ਚ ਸਰ ਜੂਗਾ, ਕਿਉਂਕਿ ਕਿਸਾਨ ਆ, ਇੱਥੋਂ ਹੀ ਸਾਰਾ ਜਿਹੜਾ ਪੇਟ ਦਾ ਭਰਨਾ, ਪੇਟ ਇਹ ਕਿਸਾਨ ਨੇ ਭਰਨਾ। ਹੋਰ ਸਾਰੀਆਂ ਚੀਜ਼ਾਂ ਬਿਨਾਂ ਸਰਜੂ, ਪਰ ਇਹਨਾਂ ਬਿਨਾਂ ਨਹੀਂ ਸਰ ਸਕਦਾ। ਅੱਛਾ, ਇੱਕ ਚੀਜ਼ ਦੱਸੋ ਮੈਨੂੰ, ਜਿਹੜੀ ਉਮਰ ਦੇ ਵਿੱਚ ਘਰ ਬੈਠ ਕੇ ਆਰਾਮ ਕਰਨਾ ਚਾਹੀਦਾ ਸੀ, ਉਸ ਉਮਰ ਦੇ ਵਿੱਚ 60 ਸਾਲ ਤੋਂ ਉੱਪਰ ਦੇ ਬਜ਼ੁਰਗ ਜਿਹੜੇ ਨੇ ਜਾਂ ਫਿਰ ਬੱਚੇ ਜਿਹੜੇ ਨੇ, ਉਹਨਾਂ ਨੂੰ ਸੜਕਾਂ ਦੇ ਉੱਤੇ ਰੋਲ ਦਿੱਤਾ। ਇਸ ਨੀਤੀ ਨੂੰ ਕਿਵੇਂ ਦੇਖਦੇ? ਉਹ ਪਤਾ ਕੀ ਆ, ਜਦੋਂ ਕਿਸੇ ਵੀ ਜਿਨ੍ਹਾਂ ਦੀ ਅੱਜ 60 ਜਾਂ 70 ਸਾਲ ਦੀ ਉਮਰ ਹੋ ਚੁੱਕੀ ਆ, ਉਹਨਾਂ ਨੇ ਸਾਰੀ ਜ਼ਿੰਦਗੀ ਇੱਕ ਸੰਘਰਸ਼ਾਂ ਭਰੀ ਕਹੀਏ, ਕਿਉਂਕਿ ਗੌਰਮੈਂਟਾਂ ਦਾ ਉਹਨਾਂ ਨੂੰ ਅੱਜ ਤੱਕ ਕਿਸੇ ਵੀ ਪੱਖੀ ਹੰਗਾਰਾ ਨਹੀਂ ਮਿਲਿਆ। ਇਹਨਾਂ ਨੇ ਆਪਦੇ ਹੀ ਪਰਿਵਾਰਾਂ ਦੀ ਸੋਚੀ ਆ। ਉਹਨਾਂ ਨੇ ਕੁਝ ਯੂਥ ਦਾ ਮੈਂ ਧੰਨਵਾਦ ਕਰਦਾ ਜਿਹੜੇ ਨੇ ਹੁਣ ਸਾਥ ਦਿੱਤਾ, ਕਿਉਂਕਿ ਇਹ ਬੁੱਢੇ ਜਰਨੈਲ ਨੇ, ਜਿਹੜੇ ਆਗੂ ਨੇ ਸਾਡੇ ਲੱਗੇ ਹੋਏ ਨੇ ਸਾਡੇ ਮੂਹਰੇ, ਇਹਨਾਂ ਨੇ ਇਹ ਸਾਡੀ ਅਗਵਾਈ ਕਰ ਰਹੇ ਨੇ। ਜਰਨੈਲ ਨੇ ਸਾਡੇ ਯੂਥ ਨੂੰ ਨਾਲ ਲਾਇਆ, ਜਦੋਂ ਅੱਜ ਤੱਕ ਉਹਨਾਂ ਨੇ ਸਾਰੀ ਉਮਰ ਆਪਦੀ ਘੱਟੇ ਦੇ ਵਿੱਚ ਲੰਘਾਤੀ, ਕੋਈ ਹੱਥ ਪੱਲੇ ਨਹੀਂ ਲੱਗਿਆ ਕੁਝ ਕਾਮਯਾਬੀ। ਅਸੀਂ ਆਪਦੇ ਇਕੱਲੇ ਘਰਾਂ ਦੇ ਖਰਚੀ ਤੋੜੇ ਨੇ, ਜਿਹੜੇ ਸਾਡੇ ਖਰਚੇ ਨੇ, ਕਰਜ਼ੇ ਨੇ, ਉਹ ਹਜੇ ਤੱਕ ਗਵਰਨਮੈਂਟ ਨੇ ਬਿਲਕੁਲ ਨਹੀਂ ਵੀ ਕਿਉਂ ਚੜ ਰਹੇ ਨੇ, ਸਾਡੇ ਵੱਲ ਧਿਆਨ ਨਹੀਂ ਦਿੱਤਾ। ਵੱਡੇ ਲੋਕਾਂ ਦੇ ਕਰਜ਼ੇ ਮਾਫ ਹੋਏ ਨੇ, ਜਿਹੜੇ ਮਿਹਨਤ ਕਸ਼ ਤੇ ਇਹ ਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦੇ, ਕਰੋਨਾ ਵਰਗੀ ਬਿਮਾਰੀ ਦੇ ਵਿੱਚ ਜਿਹੜੇ ਦੇਸ਼ ਨੇ ਢਿੱਡ ਭਰਤਾ ਸਾਰੇ ਮੁਲਕ ਦਾ, ਉਹਦੇ ਬਾਰੇ ਨਹੀਂ ਸੋਚਿਆ। ਕਾਰੋਬਾਰ ਸਾਰੇ ਬੰਦ ਹੋ ਗਏ ਸੀ। ਖੇਤੀ ਕਿਹਾ ਜਿਹਾ ਧੰਦਾ ਸੀ ਜਿਹੜੀ ਆਮਦਨ ਦੇ ਵਿੱਚ ਗਈ ਆ। ਇਹਨਾਂ ਨੇ ਅਵਾਨੀ ਅਡਾਨੀ ਨੇ ਖੇਤੀ ਦੇ ਉੱਤੇ ਅੱਖ ਰੱਖ ਲਈ ਵੀ ਇਹੀ ਆ, ਆਪਾਂ ਨੂੰ ਡੀਜ਼ਲ ਬਿਨਾ ਹਰ ਇੱਕ ਸਾਧਨ ਬਿਨਾ ਸਰਜੂ, ਪਰ ਢਿੱਡ ਭਰੇ ਬਿਨਾ ਨਹੀਂ ਸਰ ਸਕਦਾ। ਇਸੇ ਕਾਰਨ ਕਿਸਾਨ ਉੱਠਿਆ।
ਇੱਕ ਚੀਜ਼ ਹੋਰ ਹੈ ਕਿ ਖੇਤੀ ਕਿਸਾਨੀ ਇੱਕ ਅਜਿਹਾ ਫਾਇਦੇਮੰਦ ਧੰਦਾ ਸੀਗਾ ਜਿਹੜਾ ਇਸ ਲੋਕਡਾਊਨ ਤੇ ਕਰੋਨਾ ਕਾਲ ਦੇ ਵਿੱਚ ਵੀ ਪੋਜ਼ਿਟਿਵ ਦੇ ਵਿੱਚ ਜਿਹਦੀ GDP ਰਹੀ। ਅਦਰਵਾਈਜ਼ ਸਾਰੇ ਡਿਪਾਰਟਮੈਂਟ ਜਾਂ ਸਾਰੇ ਵਿਭਾਗ ਦੀ ਜਿਹੜੀ ਹਰ ਇੱਕ ਵਰਗ ਦੀ ਜਿਹੜੀ GDP ਹੈ ਉਹ ਬਿਲਕੁਲ ਡਾਊਨ ਹੋ ਗਈ ਸੀ, ਮਾਈਨਸ ਵਿੱਚ ਚਲ ਗਈ, ਜਦਕਿ ਇਹ ਪੋਜ਼ਿਟਿਵ ਵਿੱਚ ਸੀ। ਪਤਾ ਕੀ ਹੈਗਾ, ਖੇਤੀ ਉਹ ਧੰਦਾ ਹੈ ਜਾਂ ਦੇਖੋ ਤੁਹਾਨੂੰ ਮੈਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ, ਇਸੇ ਗੱਲ ਦਾ ਜਵਾਬ ਦੇ ਕੇ ਹਟਿਆ ਵੀ ਕੱਲਾ ਇਹੀ ਧੰਦਾ ਇੱਕ ਵੀ ਜਿਹੜਾ ਹਰ ਇੱਕ ਬੰਦੇ ਨੂੰ ਲੋੜ ਆ, ਹਰ ਟਾਈਮ ਲੋੜ ਆ, 24 ਘੰਟੇ ਵੀ ਨਹੀਂ ਆਪਾਂ ਇਹਦੇ ਬਿਨਾ ਸਾਰ ਸਕਦੇ। ਦੂਜੀਆਂ ਚੀਜ਼ਾਂ ਬਿਨਾ ਆਪਾਂ ਸਾਲ ਭਰ 6 ਮਹੀਨੇ ਵੀ ਸਾਰ ਲਾਂਗੇ। ਇਸੇ ਕਰਕੇ ਇਹਦੇ ਉੱਤੇ ਅੱਖ ਰੱਖੀ ਜਾ ਰਹੀ ਆ, ਕਿਉਂਕਿ ਖੇਤੀ ਨੂੰ ਜੇ ਸਰਕਾਰਾਂ ਚਾਹਣ ਤਾਂ ਇਹਨੂੰ ਬਹੁਤ ਅੱਗੇ ਲਿਜਾ ਸਕਦੇ ਨੇ। ਇਹ ਮੁਨਾਫੇ ਦਾ ਸੌਦਾ ਗਾ, ਪਰ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਕਰਕੇ ਘਾਟੇ ਦਾ ਸੌਦਾ ਬਣੀ ਹੋਈ ਆ। ਥੈਂਕ ਯੂ। ਤੇ ਇਸ ਸਾਡੇ ਨਾਲ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਪਿੰਡ ਚੂੜਚੱਕ, ਹਲਕਾ ਧਰਮਕੋਟ। ਅਸੀਂ ਚੂੜਚੱਕ ਤੋਂ ਆਏ ਆ, ਪਹਿਲਾਂ ਵੀ ਸਾਡਾ ਕਾਫਲਾ ਆਇਆ, ਹੁਣ ਪਿੱਛੇ ਵੀ ਤੁਰਿਆ ਹੁੰਦਾ। ਅਸੀਂ ਸਰਕਾਰ ਬਹੁਤ ਗੰਦੀ ਸਰਕਾਰ ਆ, ਸੈਂਟਰ ਦੀ ਸਰਕਾਰ ਆ, ਜੋ ਸਾਡੇ ਪੰਜਾਬ ਤਾਂ ਪਹਿਲਾਂ ਹੀ ਬਹੁਤ ਪਿੱਛੇ ਚੱਲ ਰਿਹਾ, ਹੁਣ ਇੱਕ ਆ ਦਿੱਲੀ ਸਰਕਾਰ ਰਲ ਗਈ ਆ, ਸਾਨੂੰ ਬਹੁਤ ਪਿੱਛੇ ਜਾ ਰਹੀ ਆ, ਕਿਉਂਕਿ ਸਾਡੇ ਕਾਲਜ, ਸਕੂਲ, ਯੂਨੀਵਰਸਿਟੀਆਂ ਜਮਾਂ ਬੰਦ ਕਰਤੀਆਂ ਵੀ ਜਾਂ ਨੌਜਵਾਨ ਪੜ੍ਹ ਨਾ ਸਕੇ। ਹੁਣ ਇਦੋਂ ਉੱਤੇ ਆਣੇ ਕਿਸਾਨਾਂ ਨੂੰ ਦਿੱਲੀ ਵਿੱਚ ਰੋਲਤਾ, ਮੁੜ ਕੇ ਕਹਿਣਾ ਜੀ ਯੂਥ ਵਿਹਲਾ ਤੁਰਿਆ ਫਿਰਦਾ, ਇਹ ਐਂ ਕਰਦਾ, ਫਿਰ ਯੂਥ ਜਾਵੇ ਕਿੱਧਰ? ਨਾ ਸਾਨੂੰ ਪੜ੍ਹਨ ਦਿੰਦੇ ਆ, ਨਾ ਸਾਨੂੰ ਖੇਤੀ ਕਰਨ ਦਿੰਦੇ ਆ। ਜਿਹੜੀਆਂ ਮਾਤਾ ਸਾਡੀਆਂ 70 80 ਸਾਲ ਦੀਆਂ ਤੁਰ ਨਹੀਂ ਸਕਦੀਆਂ, ਉਹ ਅਸੀਂ ਅੱਜ ਦਿੱਲੀ ਲਈ ਬੈਠੇ ਆ। ਇਹ ਮੋਦੀ ਸਰਕਾਰ ਨੂੰ ਸੋਚਣਾ ਚਾਹੀਦਾ ਸੀ ਵੀ ਸਾਡੇ ਕਿਸਾਨਾਂ ਦੇ ਸਿਰ ਤੋਂ ਤਾਂ ਤੇਰੀ ਦਿੱਲੀ ਚੱਲਦੀ ਆ, ਤੇ ਤੂੰ ਕਿਸਾਨਾਂ ਦਾ ਹੀ ਮੂੰਹ 'ਚ ਰੋਟੀ ਖੋਹ ਰਿਹਾ, ਤੇ ਫਿਰ ਤੇਰਾ ਬਣੂਗਾ ਕੀ ਮੋਦੀਆ? ਜਿਹੜੇ ਇਹਨਾਂ ਨੇ ਆ ਤਾਰ ਤੂਰ ਲਾਈ ਆ, ਇਹ ਬਾਰਡਰ ਤਾਂ ਸਾਡੇ ਕਿਸਾਨ ਦਾ 1-2 ਮਿੰਟਾਂ ਦਾ ਕੰਮ ਆ, ਚੱਕ ਦਾਂਗੇ। ਜਿੱਥੋਂ ਅਸੀਂ ਇੰਨੀ ਵਾਟੋਂ ਪਿੰਡੋਂ ਆਏ ਆ, ਇਹਦਾ 2 ਮਿੰਟਾਂ ਦਾ ਕੰਮ ਆ। ਵਾਹਿਗੁਰੂ ਜੀ ਕਾ ਖਾਲਸਾ। ਤੇ ਇਹ ਸੀਗੀਆਂ ਤਸਵੀਰਾਂ ਜਿਹੜੀਆਂ ਉਹ ਟਿਕਰੀ ਬਾਰਡਰ ਦੇ ਅਸੀਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਸੀਗੇ। ਤੇ ਲਗਾਤਾਰ ਕਿਸਾਨੀ ਸੰਘਰਸ਼ ਜਾਰੀ ਆ, 17ਵਾਂ ਦਿਨ ਆ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਤੇ। ਇਸ ਤੋਂ ਪਹਿਲਾਂ ਵੀ ਸੰਘਰਸ਼ ਜਿਹੜਾ ਵਾ ਉਹ ਪੰਜਾਬ ਸਣੇ ਵੱਖ-ਵੱਖ ਹਿੱਸਿਆਂ ਦੇ ਵਿੱਚ ਦੇਸ਼ ਦੇ ਚੱਲ ਰਿਹਾ ਸੀਗਾ, ਤੇ ਹੁਣ ਦਿੱਲੀ ਦੀ ਸਰਹੱਦ ਦੇ ਉੱਤੇ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤੇ ਕੇਂਦਰ ਸਰਕਾਰ ਦੇ 3 ਖੇਤੀ ਆਰਡੀਨੈਂਸ ਜਿਹੜੇ ਬਣਾਏ ਗਏ ਸੀ ਤੇ ਕਾਨੂੰਨ ਦੀ ਸ਼ਕਲ ਜਿਨ੍ਹਾਂ ਨੇ ਲਈ ਉਹਨੂੰ ਰੱਦ ਕਰਵਾਉਣ ਨੂੰ ਲਗਾਤਾਰ ਡਟੇ ਹੋਏ ਨੇ।